ਪਹਿਲਾਂ ਤਾਂ ਮੈਂ ਆਮ ਨੋਸਟੈਲਜਿਕ ਅਬਾਊਟ ਦਿਸ ਪਲੇਸ ਕਿ ਇਸ ਕਲੱਬ ਦੀ ਹੋਂਦ ਮੇਰੇ ਦਿਮਾਗ 'ਚੋਂ ਪੈਦਾ ਹੋਈ ਸੀ 78 'ਚ। ਮੈਂ ਤੇ ਸੋਢੀ ਸਾਹਿਬ ਲੁਧਿਆਣੇ ਆਉਂਦੇ ਸੀ, ਰਸਤੇ 'ਚ ਖਿਆਲ ਆਇਆ ਵੀ ਦਿੱਲੀ ਪ੍ਰੈਸ ਕਲੱਬ ਜਾਈਦਾ, $2.25 ਰੁਪਏ 'ਚ ਚਿਕਨ ਨਾਲ ਰੋਟੀ ਖਾਈ ਦੀ, ਕੋਈ ਚੰਡੀਗੜ੍ਹ 'ਚ ਵੀ ਬਣਾਈਏ। ਔਰ ਅੱਜ ਮੈਨੂੰ ਬੜੀ ਖੁਸ਼ੀ ਆ, ਉਸ ਇੰਨੀ ਵਧੀਆ ਥਾਂ ਬਣ ਗਈ ਅਤੇ ਮੈਂ ਤੁਹਾਡੇ ਵਰਗੇ ਮਿੱਤਰਾਂ ਨੂੰ ਉੱਥੇ ਮਿਲ ਰਿਹਾ। ਹੁਣ ਆਪਾਂ ਅੱਜ ਦੇ ਸਵਾਲ 'ਤੇ ਆਈਏ। ਮੇਰਾ ਇਸ ਇਲੈਕਸ਼ਨ ਜਾਂ ਪੰਜਾਬ ਦੀ ਸਿਆਸਤ ਨਾਲ ਕੋਈ ਤਾਲੁਕ ਨਹੀਂ। ਮੈਂ ਸੰਨ 97 ਤੋਂ ਜਦੋਂ ਮੈਂ ਅਕਾਲੀ ਦਲ ਦੀ ਜਨਰਲ ਸੈਕਟਰੀਸ਼ਿਪ ਛੱਡੀ, ਪੋਲੀਟਿਕਸ ਤੋਂ ਬਾਹਰ ਹਾਂ, ਅਤੇ ਇਸ ਮੇਰੀ ਗੱਲ ਨੂੰ ਇਲੈਕਸ਼ਨ ਨਾਲ ਨਾ ਕਿਸੇ ਤਰ੍ਹਾਂ ਜੋੜਿਆ ਜਾਏ। ਮੈਂ ਤਾਂ ਸਰਦਾਰ ਭਗਵੰਤ ਸਿੰਘ ਸਿੱਧੂ ਦੇ ਇੱਕ ਦੋਸਤ ਦੇ ਨਾਤੇ ਉਹਨਾਂ ਦੇ 35 ਸਾਲ ਗੁਜ਼ਰਨ ਤੋਂ ਬਾਅਦ ਇੱਕ ਅਨਸੇਵਰੀ ਕੰਟਰੋਵਰਸੀ ਜੋੜੀ ਜਾ ਰਹੀ ਹੈ, ਤੇ ਮੈਂ ਨਾ ਆਉਂਦਾ ਜੇ ਸਾਡਾ ਹੋਰ ਕੋਈ ਸਾਥੀ ਇਹ ਸੱਚ ਦੱਸਣ ਲਈ ਜ਼ਿੰਦਾ ਹੁੰਦਾ। ਉਹਨਾਂ ਦੋਸਤਾਂ 'ਚੋਂ ਮੈਂ ਹੀ ਹਾਂ। ਸਰਦਾਰ ਭਗਵੰਤ ਸਿੰਘ ਨੇ ਕੋਈ 56-57 ਦੇ ਕਰੀਬ 58 ਦੇ ਕਰੀਬ ਵਕਾਲਤ ਸ਼ੁਰੂ ਕੀਤੀ। ਮੈਂ 8 ਨਵੰਬਰ 62 ਨੂੰ ਲਾਇਸੈਂਸ ਲੈ ਕੇ ਪਟਿਆਲੇ ਵਕਾਲਤ ਸ਼ੁਰੂ ਕੀਤੀ। ਉਦੋਂ ਤੋਂ ਸਾਡੀ ਦੋਸਤੀ ਉਹਨਾਂ ਦੇ ਨਾਲ ਆਖਰ ਤੱਕ ਰਹੀ। ਜਾਣਦਾ ਮੈਂ ਪਹਿਲਾਂ ਵੀ ਸੀ, ਕਿਉਂਕਿ ਮੇਰੇ ਪਿਤਾ ਜੀ ਵੀ ਵਕੀਲ ਸੀ, ਲੀਡਿੰਗ ਲਾਇਰ ਸੀ, ਰਾਜ ਸਭਾ ਦੇ ਮੈਂਬਰ ਸੀ, ਪਰ ਉਹ 2 ਅਕਤੂਬਰ 53 ਨੂੰ ਗੁਜ਼ਰ ਗਏ ਸੀ, ਪਰ ਮੇਰਾ ਵਾਹ ਰਿਹਾ। ਸਰਦਾਰਨੀ ਨਿਰਮਲ ਭਗਵੰਤ ਸਿੰਘ ਪਹਿਲਾਂ ਇਹਨਾਂ ਦੇ ਹਸਬੈਂਡ ਸੋਢੀ ਸੀ, ਜਿਹੜੇ ਇੱਕ ਵਾਈਨ ਕੰਟਰੈਕਟਰ ਹੁੰਦੇ ਸੀ, ਜਿਹੜੇ ਠੇਕੇਦਾਰ ਹੁੰਦੇ ਸੀ। 52 ਦੀ ਇਲੈਕਸ਼ਨ ਨਿਰਮਲ ਹੋਣਾ ਨੇ ਨਿਰਮਲ ਸੋਢੀ ਦੇ ਨਾਂ 'ਤੇ ਲੜੀ ਬਤੌਰ ਇੰਡੀਪੈਂਡੈਂਟ ਕੈਂਡੀਡੇਟ। ਉੱਠ ਨਿਸ਼ਾਨ ਹੁੰਦਾ ਸੀ, 250 ਵੋਟਾਂ ਪਈਆਂ ਸੀ, ਪਰ ਇਲੈਕਸ਼ਨ ਲੜੇ। ਮੈਂ ਉਦੋਂ 8ਵੀਂ 9ਵੀਂ 'ਚ ਪੜ੍ਹਦਾ ਸੀ, ਅਤੇ ਮੈਨੂੰ ਉਹ ਇਲੈਕਸ਼ਨ ਦਾ ਮਾਹੌਲ ਯਾਦ ਹੈ। ਫਿਰ ਇਹਨਾਂ ਦਾ ਬੜਾ ਕੰਟੈਸਟਡ ਡਿਵੋਰਸ ਲੁਧਿਆਣੇ ਚੱਲਿਆ ਸੋਢੀ ਸਾਹਿਬ ਨਾਲ, ਜਿਹੜਾ 59-60 ਦੇ ਕਰੀਬ ਫੈਸਲਾ ਹੋਇਆ। ਉਸ ਤੋਂ ਬਾਅਦ ਸਰਦਾਰ ਭਗਵੰਤ ਸਿੰਘ ਤੇ ਇਹਨਾਂ ਦੀ ਸ਼ਾਦੀ ਹੋਈ। ਮੈਂ ਤਾਂ ਨਹੀਂ ਅਟੈਂਡ ਕੀਤੀ, ਕਿਵੇਂ ਹੋਈ ਮੈਨੂੰ ਨਹੀਂ ਪਤਾ, ਪਰ ਇਕੱਠੇ ਰਹਿਣ ਲੱਗ ਗਏ। ਨਵਜੋਤ ਸਿੱਧੂ 63 'ਚ ਪੈਦਾ ਹੋਇਆ। ਦੋਨੋਂ ਲੜਕੀਆਂ ਜਿਹੜੀਆਂ ਨੇ ਉਹ ਉਦੋਂ ਕੋਈ 11, 12, 13 ਸਾਲ ਦੇ ਦਰਮਿਆਨ ਸੀ। ਨੀਲਮ ਵੱਡੀ ਸੀ, ਇਹ ਛੋਟੀ ਸੀ, ਤੇ ਉਹ ਨਾਲ ਰਹਿੰਦੀਆਂ ਸੀ। ਇਹ ਮੇਰਾ ਤਕਰੀਬਨ ਉਹਨਾਂ ਦੇ ਘਰ ਰੋਜ਼ ਦਾ ਆਉਣ ਜਾਣ ਇਸ ਕਰਕੇ ਸੀ ਕਿ ਅਸੀਂ ਸ਼ਾਮ ਨੂੰ ਬੈਡਮਿੰਟਨ ਇਕੱਠੇ ਖੇਡਦੇ ਸੀ ਸਰਦਾਰ ਭਗਵੰਤ ਸਿੰਘ ਦੇ ਘਰ। ਸਵਿਮਿੰਗ 'ਤੇ ਵੀ ਗਰਮੀਆਂ 'ਚ ਇਕੱਠੇ ਜਾਂਦੇ ਸੀ। ਔਰ ਮਾਰਚ 72 ਤੱਕ ਜਦੋਂ ਮੈਂ ਚੰਡੀਗੜ੍ਹ ਸ਼ਿਫਟ ਕੀਤਾ, ਸਾਡਾ ਇਹ ਰੋਜ਼ ਦਾ ਰੈਗੂਲਰ ਸੀ। ਇਹਦੇ 'ਚ ਤਕਰੀਬਨ ਬਹੁਤੇ ਘਰਾਂ 'ਚ ਕੰਟਰੋਵਰਸੀਜ਼ ਵਾਈਫ ਹਸਬੈਂਡ ਦੀ ਹੁੰਦੀ ਰਹਿੰਦੀ ਆ। ਉਹਨੂੰ ਪਬਲਿਕ 'ਚ ਲਿਆ ਕੇ ਉਛਾਲਣਾ ਕੋਈ ਜੈਂਟਲਮੈਨਲੀ ਐਕਟ ਨਹੀਂ। ਨਾ ਮੈਂ ਕੋਈ ਇਹੋ ਜਿਹੀ ਗੱਲ ਕਰਨੀ ਚਾਹੁੰਦਾ, ਪਰ ਸੁਲ੍ਹਾ ਵੀ ਹੋ ਜਾਂਦੀ ਆ, ਆਰਗੂਮੈਂਟ ਵੀ ਹੋ ਜਾਂਦੀ ਆ, ਕੋਈ ਨਾ ਕੋਈ ਇਹੋ ਜਿਹਾ ਚੱਲਦਾ ਰਹਿੰਦਾ ਹੁੰਦਾ। ਪਰ ਮੈਂ ਦੇਖਿਆ ਬਲੂ ਸਟਾਰ ਤੋਂ ਬਾਅਦ ਮੈਂ ਬਾਹਰ ਚਲਾ ਗਿਆ ਸੀਗਾ, ਉਹ ਡਿਟੇਲ ਨਾ ਪੁੱਛੋ, ਮੈਂ ਭੱਜਣਾ ਪਿਆ। ਮੈਂ ਮਾਰਚ 85 'ਚ ਵਾਪਸ ਆਇਆ, ਅਤੇ ਜੂਨ, ਜੁਲਾਈ, ਅਗਸਤ ਇਹਨਾਂ 'ਚੋਂ 1 ਮਹੀਨੇ ਮੈਂ ਪਟਿਆਲੇ ਗਿਆ। ਤਾਂ ਉਸ ਦਿਨ ਮੈਂ ਸਰਦਾਰ ਭਗਵੰਤ ਸਿੰਘ ਦੇ ਘਰ ਠਹਿਰਿਆ। ਐਂਡ ਆਈ ਫਾਊਂਡ ਕਿ ਮਿਸਿਜ਼ ਨਿਰਮਲ ਭਗਵੰਤ ਸਿੰਘ ਉਦੋਂ ਉਸ ਘਰ 'ਚ ਨਹੀਂ ਸੀ ਰਹਿ ਰਹੀ, ਅਤੇ ਵੱਖਰੇ ਮੈਨੂੰ ਪਤਾ ਲੱਗਿਆ ਵੀ ਉਹ ਲੁਧਿਆਣੇ ਰਹਿਣ ਲੱਗ ਗਏ ਆ, ਅਤੇ ਲੜਕੀਆਂ ਵੀ ਲੁਧਿਆਣੇ ਸੀ। ਇਹਨਾਂ ਦੋਨਾਂ ਲੜਕੀਆਂ ਦੇ ਵਿਆਹ ਸਰਦਾਰ ਭਗਵੰਤ ਸਿੰਘ ਨੇ ਕੀਤੇ ਸੀ।
ਪੜ੍ਹਾਈਆਂ ਵੀ ਉਹਨਾਂ ਨੇ। ਇਸ ਲੜਕੀ ਨੇ ਮੇਰੇ ਖਿਆਲ ਆਯੁਰਵੈਦਿਕ ਦਾ ਕੋਰਸ ਕੀਤਾ ਸੀ। ਤੇ ਸਰਦਾਰ ਭਗਵੰਤ ਸਿੰਘ ਨੇ, ਟੂ ਮਾਈ ਨੌਲੇਜ, ਈਵਨ ਆਫਟਰ ਡਿਸਕਸ਼ਨ ਵਿਦ ਮੀ, ਉਹਨੇ ਇਹ ਲੜਕਾ ਛੋਟਾ ਸੀ, ਇਹਦੀ ਸਿਕਿਉਰਿਟੀ ਲਈ, ਕਿਉਂਕਿ ਸਰਦਾਰ ਭਗਵੰਤ ਸਿੰਘ ਐਪਰੀਹੈਂਡਡ ਅਰਲੀ ਡੈਥ, ਉਹ ਇਹਨਾਂ ਨੇ ਮੈਨੂੰ ਉਹਨਾਂ ਨੇ ਕਿਹਾ, ਮੈਂ ਟਰਸਟ ਕ੍ਰੀਏਟ ਕੀਤਾ ਤੇ ਜਿਹੜਾ ਕੀਰਤੀ ਸ਼ਰਮਾ ਡਾਇਰੈਕਟਰ ਆਯੁਰਵੈਦਿਕ ਸੀ ਉਹ ਟਰਸਟੀ ਹੈ, ਪਰ ਮੈਂ ਡਾਕੂਮੈਂਟ ਨਹੀਂ ਦੇਖੇ, ਐਵੇਂ ਗੱਲ ਕਾ ਮੈਨੂੰ ਦੱਸਿਆ ਹੀ ਸੀ ਉਹਨਾਂ ਨੇ ਸਾਰਾ ਜੋ ਵੀ ਉਹਨਾਂ ਦਾ ਘਰ ਸੀ ਪਟਿਆਲੇ, ਹੋਰ ਪ੍ਰਾਪਰਟੀ ਦਾ ਤਾਂ ਮੈਨੂੰ ਪਤਾ ਨਹੀਂ ਜੇ ਕੋਈ ਹੋਵੇ, ਪਰ ਅਸਟੈਂਸੀਬਲੀ ਨਹੀਂ ਸੀ ਉਹਨਾਂ ਨੂੰ ਕੋਈ ਵਕਾਲਤ ਤੋਂ ਬਗੈਰ ਆਮਦਨ ਨਹੀਂ ਸੀ। ਜੇ ਕੋਈ ਜਦੀ ਜਾਇਦਾਦ ਵੀ ਹੋ ਉਹਨਾਂ ਦੇ ਭਰਾ ਵਰਤਦੇ ਹੋਣੇ, ਉਹਨਾਂ ਨੇ ਕਦੇ ਨਹੀਂ ਸੀ ਸ਼ੋਅ ਕੀਤਾ। ਸੈਟਲ ਕੀਤਾ ਹੋਇਆ ਸੀ। ਉਹਨਾਂ ਨੂੰ ਉਹਨਾਂ ਦੀ ਡੈਥ ਤੋਂ ਕੋਈ ਕੁਝ ਮਹੀਨੇ ਪਹਿਲਾਂ, 8-10 ਮਹੀਨੇ ਪਹਿਲਾਂ ਅਪੈਂਡਿਕਸ ਫਟ ਗਿਆ ਸੀ। ਉਸ ਦੌਰਾਨ ਮੈਨੂੰ ਪਤਾ ਲੱਗਿਆ, ਮੈਂ ਵੀ ਚੰਡੀਗੜ੍ਹੋਂ ਗਿਆ, ਤੇ ਇਹ ਨਵਜੋਤ ਦਾ ਘਰ ਦਾ ਨਾਂ ਸ਼ਹਿਰੀ ਆ, ਅਸੀਂ ਸਾਰੇ ਸ਼ਹਿਰੀ ਕਹਿ ਕੇ ਜਾਣਦੇ ਆ। ਇਹਨੇ ਮੈਨੂੰ ਵੀ ਬੁਲਾਇਆ ਤੇ ਇਹਨੇ ਆਪਣੀ ਮਦਰ ਨੂੰ ਵੀ ਸੱਦਿਆ, ਔਰ ਉਹਨਾਂ ਦਿਨਾਂ 'ਚ ਮਦਰ ਸ਼ਹਿਰੀ ਦੇ ਨਾਲ ਘਰ 'ਚ ਰਹੀ। ਜਦ ਸਰਦਾਰ ਭਗਵੰਤ ਸਿੰਘ ਰਾਜੀ ਹੋ ਗਏ ਉਹਨਾਂ ਦੇ ਹਸਪਤਾਲ ਤੋਂ, ਮੇਰਾ ਖਿਆਲ ਪਹਿਲਾਂ ਹੀ ਉਹ ਵਾਪਸ ਚਲੇ ਗਏ। ਉਸ ਤੋਂ ਬਾਅਦ ਜਦ ਉਹਨਾਂ ਦੀ ਡੈਥ ਹੋਈ ਸਰਦਾਰ ਭਗਵੰਤ ਸਿੰਘ ਦੀ, 86 ਐਂਡ ਆਰ 87 ਦੇ ਬਿਗਨਿੰਗ, ਮੇਰੇ ਡੇਟ ਯਾਦ ਨਹੀਂ, ਮਗਰ ਇਹਨਾਂ ਪਤਾ ਵੀ ਮੈਂ ਜਨਰਲ ਸੈਕਟਰੀ ਸੀ ਪਾਰਟੀ ਦਾ, ਬਰਨਾਲਾ ਚੀਫ ਮਿਨਿਸਟਰ ਸੀ, ਉਹ ਉਹਨਾਂ ਕਰ ਰਿਲੇਟ ਕਰਦਾ ਮੈਂ। ਉਦੋਂ ਉਹਨਾਂ ਦੇ ਭੋਗ ਤੇ ਸਾਰਾ ਇੰਤਜ਼ਾਮ ਕਰਨ 'ਚ ਮੇਰਾ ਵੀ ਹੱਥ ਸੀ, ਕਿ ਬਹੁਤ ਨੇੜੇ ਦਾ ਦੋਸਤ ਹੋਣ ਕਰਕੇ। ਤੇ ਮਿਸਿਸ ਨਿਰਮਲ ਭਗਵੰਤ ਸਿੰਘ, ਲੜਕੀਆਂ ਵੀ, ਇਹਨਾਂ ਦੇ ਬੱਚੇ ਵੀ ਆ ਕੇ ਕਰ ਰਹੇ। ਭੋਗ ਤੋਂ ਕੁਝ ਦਿਨ ਬਾਅਦ ਇਹ ਚਲੇ ਗਏ। ਕੋਈ ਕੰਟਰੋਵਰਸੀ ਕਿਸੇ ਕਿਸਮ ਦੀ ਉਦੋਂ ਨਹੀਂ ਹੋਈ। ਜੇ ਹੁੰਦੀ, ਘੱਟੋ ਘੱਟ ਮੈਨੂੰ ਜ਼ਰੂਰ ਪਤਾ ਹੁੰਦਾ। ਮੇਰੇ ਨਾਲ ਅਬਲਾ ਤਾਂ ਨਰਮਲੀ ਗੱਲ ਕਰਦੀ, ਨਹੀਂ ਨਵਜੋਤ ਗੱਲ ਕਰਦਾ, ਕਿਉਂਕਿ ਪਹਿਲਾਂ ਜੇ ਕਦੇ ਕੋਈ ਪ੍ਰੋਬਲਮ ਹੁੰਦੀ ਸੀ ਮੇਰੇ ਨਾਲ ਡਿਸਕਸ ਜ਼ਰੂਰ ਹੁੰਦੀ ਸੀ, ਤੇ ਕੋਸ਼ਿਸ਼ ਵੀ ਹੁੰਦੀ ਸੀ ਵੀ ਸੈਟਲ ਹੋ ਜਾਏ, ਔਰ ਆਮ ਤੌਰ ਤੇ ਹੋ ਵੀ ਜਾਂਦੀ ਸੀ। ਕੋਈ ਕੰਟਰੋਵਰਸੀ ਨਹੀਂ ਹੋਈ। ਸਡਨਲੀ ਜਦ ਮੈਂ ਕੱਲ ਇਹ ਕੰਟਰੋਵਰਸੀ ਹੁਣ ਦੇਖੀ ਤੇ ਮੈਨੂੰ ਦੁੱਖ ਹੋਇਆ, ਤੇ ਮੈਂ ਤੁਹਾਡੇ ਨਾਲ ਉਹ ਦੁੱਖ ਸਾਂਝਾ ਕਰਨਾ ਹੈ। ਆਈ ਡੋਂਟ ਡਿਫੈਂਡ ਐਨੀਵਨ, ਨਾ ਮੈਨੂੰ ਕਦੇ, ਨਾ ਹੁਣ ਨਵਜੋਤ ਨੇ ਕਿਹਾ ਡਿਫੈਂਡ ਕਰ, ਨਾ ਕਿਸੇ ਹੋਰ ਨੇ ਕਿਹਾ। ਮੈਂ ਤਾਂ ਇੱਕ ਦੋਸਤ ਦੀ ਜ਼ਿੰਦਗੀ ਬਾਰੇ ਸੱਚਾਈ ਦੱਸਣ ਲਈ ਆਇਆ ਕਿ ਇਸ ਮੌਕੇ ਤੇ ਬਿਨਾਂ ਵਜ੍ਹਾ, ਬਿਨਾਂ ਕਿਸੇ ਕਾਰਨ ਦੇ, ਬਿਨਾਂ ਕਿਸੇ ਲੀਗਲ ਕੰਪਲਸ਼ਨ ਦੇ, ਬਿਨਾਂ ਕਿਸੇ ਲੀਗਲ ਕਨਸੀਕੁਐਂਸ ਦੇ, ਹੁਣ ਗੱਲ ਵੀ ਸਰਦਾਰ ਭਗਵੰਤ ਸਿੰਘ ਦੀ ਡੈਥ ਹੋਈ ਨੂੰ ਤਕਰੀਬਨ 35 ਸਾਲ ਹੋ ਗਏ। ਹੁਣ ਕੀ ਕੰਟਰੋਵਰਸੀ ਹੋ ਸਕਦੀ ਹੈ ਜੇ ਉਹਨਾਂ ਦੇ ਅਸੈਟਸ ਹੈ ਸੀ, ਨਹੀਂ ਸੀ, ਤੇ ਜੇ ਹੈ ਵੀ ਸੀ ਤਾਂ ਕਿਹਨੂੰ ਗਏ, ਕਿੱਥੇ ਗਏ, ਠੀਕ ਗਏ, ਗਲਤ ਗਏ। ਹੁਣ 35 ਸਾਲ ਬਾਅਦ ਕਿਸੇ ਕਿਸਮ ਦੀ ਕੋਈ ਲੀਗਲ ਮੋਰਲ ਵੈਲਿਊ ਨਹੀਂ ਉਸ ਗੱਲ ਦੀ, ਪਰ ਜੋ ਕਿ ਉਛਾਲਿਆ ਗਿਆ, ਮੈਂ ਇਹ ਠੀਕ ਸਮਝਿਆ ਵੀ ਤੁਹਾਡੇ ਨਾਲ ਇਹ ਫੈਕਟ ਸਾਂਝੇ ਕਰਾਂ। ਮੇਰਾ ਇਸ ਦਾ ਇਲੈਕਸ਼ਨ ਨਾਲ ਸੰਬੰਧ ਹੈ ਜਾਂ ਨਹੀਂ, ਕੌਣ ਇੰਡੀਵਿਜੂਅਲ ਨੇ ਇਹਨੂੰ ਕ੍ਰੀਏਟ ਕਰਨ ਵਾਲੇ, ਉਹ ਲੇਡੀ ਨੇ ਇਸ ਵੇਲੇ ਅਮਰੀਕਾ ਤੋਂ ਆ ਕੇ ਗੱਲ ਛੇੜਨ ਨੂੰ ਕਿਵੇਂ ਠੀਕ ਸਮਝਿਆ, ਕੀ ਉਹਦੇ 'ਚ ਫਾਇਦਾ ਨੁਕਸਾਨ ਸਮਝਿਆ, ਇਹ ਮੇਰੀ ਸਮਝ ਤੋਂ ਬਾਹਰ ਹੈ। ਨਾ ਮੈਂ ਉਸ ਗੱਲ 'ਚ ਜਾਣਾ ਚਾਹੁੰਦਾ, ਮੈਂ ਤੁਹਾਨੂੰ ਸਿਰਫ ਇਹ ਦੱਸਣ ਲਈ ਤਕਲੀਫ ਦਿੱਤੀ ਆ। ਥੈਂਕ ਯੂ ਵੈਰੀ ਮਚ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਭੈਣ ਸੁਮਨ ਤੂਰ ਨੇ ਅਮਰੀਕਾ ਤੋਂ ਆ ਕੇ ਕੱਲ ਇੱਥੇ ਹੀ ਪ੍ਰੈਸ ਕਲੱਬ ਦੇ ਵਿੱਚ ਗੰਭੀਰ ਦੋਸ਼ ਆਪਣੇ ਭਰਾ ਦੇ ਉੱਪਰ ਲਾਏ ਆ। ਇਹ ਦੋਸ਼ ਲਾਉਣ ਦਾ ਸਮਾਂ ਜਿਹੜਾ ਅੱਜ ਤੋਂ 35 ਸਾਲ 36 ਸਾਲ ਪਹਿਲਾਂ ਦੇ ਪੁਰਾਣੇ ਮਾਮਲੇ ਆ। ਨਾ ਪਹਿਲਾਂ ਕਦੇ ਜਾਇਦਾਦ ਦਾ ਮਾਮਲਾ ਉੱਠਿਆ, ਨਾ ਰਿਸ਼ਤੇ ਟੁੱਟਣ ਦਾ ਕਦੇ ਮਾਮਲਾ ਉੱਠਿਆ ਸੀਗਾ। ਕੱਲ ਉਹਨਾਂ ਇੱਕ ਦੋਸ਼ ਲਾ ਕੇ ਇੱਕ ਖਲਬਲੀ ਪੈਦਾ ਕਰ ਦਿੱਤੀ ਹੈ। ਇੱਕ ਅਚਾਨਕ ਜਿਹੜਾ ਪੰਜਾਬ ਦੀਆਂ ਚੋਣਾਂ ਦਾ ਚੱਲ ਰਿਹਾ ਮਾਹੌਲ ਸੀਗਾ ਉਹਦੇ ਵਿੱਚ ਉਤੇਜਨਾ ਪੈਦਾ ਕਰ ਦਿੱਤੀ ਹੈ।
ਇਸ ਬਾਰੇ ਜਿਹੜੇ ਪਰਿਵਾਰ ਦੇ ਮਿੱਤਰ ਨੇ, ਕਰੀਬੀ ਮਿੱਤਰ, ਸੀਨੀਅਰ ਐਡਵੋਕੇਟ ਮਨਜੀਤ ਸਿੰਘ ਖਹਿਰਾ ਨੇ, ਉਹਨਾਂ ਨੇ ਸਥਿਤੀ ਸਪਸ਼ਟ ਕੀਤੀ ਆ। ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਖਹਿਰਾ ਸਾਹਿਬ, ਕੱਲ ਦਾ ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕ ਤਗੜਾ ਭੁਚਾਲ ਦੀ ਤਰ੍ਹਾਂ ਦੀ ਸਿਚੁਏਸ਼ਨ ਹੋਈ ਹੈ। ਜਿਹੜੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਨਵਜੋਤ ਸਿੰਘ ਸਿੱਧੂ, ਉਹਨਾਂ ਦੀ ਮਤਰੇਈ ਭੈਣ ਨੇ ਸਿੱਧੂ ਦੇ ਉੱਪਰ ਬੜੇ ਦੋਸ਼ ਲਾਏ ਨੇ, ਗੰਭੀਰ ਦੋਸ਼ ਹੈ, ਤੇ ਜਿਸ ਤਰੀਕੇ ਨਾਲ ਉਹਨਾਂ ਲਾਏ ਆ ਉਹ ਰੋਏ ਵੀ ਵਿੱਚ ਜਦੋਂ ਪ੍ਰੈਸ ਕਾਨਫਰੰਸ ਕਰਦੇ ਸੀਗੇ। ਤੇ ਤੁਸੀਂ ਉਹਨਾਂ ਨੇ 35 ਸਾਲਾਂ 36 ਸਾਲਾਂ ਬਾਅਦ ਇਹ ਦੋਸ਼ ਲਾਏ, ਉਹਨਾਂ ਦੋਸ਼ਾਂ ਬਾਰੇ ਕੀ ਸਮਝਦੇ ਹੋ? ਉਹਨਾਂ ਕਿਹਾ ਵੀ ਮੇਰੀ ਮਾਂ ਰੁਲਦੀ ਮਰ ਗਈ ਦਿੱਲੀ ਦੇ ਵਿੱਚ। ਸਿੱਧੂ ਨੇ ਉਦੋਂ ਨਹੀਂ ਪੁੱਛਿਆ ਸਾਡੀ ਭੈਣਾਂ ਦੀ ਜ਼ਮੀਨ ਨੱਪ ਲਈ। ਟੋਟਲ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਦੇਖੋ, 35-36 ਸਾਲ ਬਾਅਦ ਇਹ ਕਹਿਣਾ, ਪਹਿਲੀ ਗੱਲ ਉਹ ਦਿੱਲੀ ਕਿੱਥੇ ਰਹਿੰਦੀ ਸੀ, ਕਿਉਂ ਰਹਿੰਦੀ ਸੀ? ਮੇਰੇ ਖਿਆਲ 'ਚ ਤਾਂ ਉਹ ਪਟਿਆਲੇ ਤੋਂ ਬਾਅਦ ਲੁਧਿਆਣੇ ਰਹਿੰਦੇ ਸੀ। ਅੱਛਾ ਜੀ। ਦੂਸਰਾ, ਕਿਹੜੀ ਜ਼ਮੀਨ ਆ ਉਹ? ਇਹਨਾਂ ਦੇ ਫਾਦਰ ਸੋਢੀ ਦੀ ਤਾਂ ਕੋਈ ਜ਼ਮੀਨ ਉਹਦੇ ਕਬਜ਼ੇ 'ਚ ਹੈ ਨਹੀਂ ਸੀ। ਜਿਹੜੀ ਜ਼ਮੀਨ ਸੀ ਉਸ ਵੇਲੇ ਦੇ ਕਾਨੂੰਨ ਦੇ ਹਿਸਾਬ ਨਾਲ, ਜੇ ਉਹ ਜੱਦੀ ਦਾਦੇ ਲਾਹੀ ਸੀ ਤਾਂ ਹਾਕੀ ਉਹਦੇ ਤੇ ਨਵਜੋਤ ਦਾ ਸੀ। ਜੇ ਭਗਵੰਤ ਸਿੰਘ ਦੀ ਆਪਣੀ ਬਣਾਈ ਸੀ, ਉਹ ਐਬਸੋਲੂਟ ਓਨਰ ਸੀ ਉਹਦਾ, ਜਿਹਨੂੰ ਮਰਜ਼ੀ ਦਿੰਦਾ ਉਹਨੇ ਪੁੱਤ ਨੂੰ ਦੇਤੀ। ਹਾਂਜੀ। ਉਹਦੇ 'ਚ ਕਿਸੇ ਦਾ ਕੀ ਰਹਿ ਗਿਆ? ਫਿਰ ਜਦੋਂ ਇਹ ਹਾਲਾਤ ਹੋਏ, ਇਹ ਕਲੇਮ ਉਦੋਂ ਕਰਨੇ ਚਾਹੀਦੇ ਸੀ। ਹੁਣ 35 ਸਾਲ ਬਾਅਦ ਕੀ ਲੋੜ ਪੈ ਗਈ? ਇੱਕ ਭੈਣ ਦੀ ਮੈਨੂੰ ਤਾਂ ਹੁਣ ਪਤਾ ਲੱਗਿਆ ਵੀ ਨੀਲਮ ਦੀ ਡੈਥ ਹੋ ਗਈ। ਹਾਂਜੀ। ਨਿਰਮਲ ਭਗਵੰਤ ਸਿੰਘ ਦੀ ਡੈਥ, ਸਦਾ ਭਗਵੰਤ ਦੀ ਡੈਥ ਤੋਂ 3-4 ਸਾਲ ਬਾਅਦ ਹੋ ਗਈ। ਉਹਨੂੰ ਵੀ 30 ਸਾਲ ਤੋਂ ਉੱਤੇ ਹੋ ਗਏ। ਹੁਣ ਆ ਕੇ ਜਿਵੇਂ ਉੱਪਰ ਗੱਲ ਕਰਦੇ ਹੁੰਦੇ ਆ, ਬੜੀ ਕਲੋਕੀਅਲ ਲੈਂਗੁਏਜ 'ਚ ਮੁਰਦੇ ਖੇਡਣ ਵਾਲੀ ਗੱਲ, ਇਹ ਹੁਣ ਕਿੱਥੋਂ ਸ਼ੁਰੂ ਹੋ ਗਈ? ਅੱਛਾ, ਇੱਕ ਇਹ ਹੋਰ ਵੀ ਕੰਟਰੋਵਰਸੀ ਹੈਗੀ ਹੈ, ਮਤਲਬ ਜਿਹੜੀ ਆਪਣੇ ਨਵਜੋਤ ਸਿੰਘ ਸਿੱਧੂ ਹੋਣਾ ਦੀ ਪਤਨੀ ਨੇ ਕਿਹਾ ਵੀ ਭਗਵੰਤ ਸਿੰਘ ਸਿੱਧੂ ਦੇ 2 ਵਿਆਹ ਸੀਗੇ। ਨਹੀਂ, ਉਹ ਕੰਟਰੋਵਰਸੀ ਨਹੀਂ, ਉਹ ਤੋਂ ਜਾਂ ਤਾਂ ਸਲਿਪ ਆਫ ਟੰਗ ਹੈ। ਅੱਛਾ ਜੀ। ਭਗਵੰਤ ਸਿੰਘ ਸਿੱਧੂ ਦਾ ਵਿਆਹ ਇੱਕੋ ਹੀ ਸੀ। ਅੱਛਾ, ਉਹਦੀ ਪਤਨੀ ਦੇ 2 ਵਿਆਹ? ਮਿਸਿਸ ਨਿਰਮਲ ਭਗਵੰਤ ਸਿੰਘ ਦੇ 2 ਵਿਆਹ ਸੀ। ਪਹਿਲੇ ਵਿਆਹ ਮਿਸਟਰ ਸੋਢੀ ਸੀ ਹਸਬੈਂਡ ਉਹਨਾਂ ਦੇ। ਹਾਂਜੀ। ਵਾਈਨ ਕਰੈਕਟਰ ਹੁੰਦੇ, ਪਟਿਆਲੇ ਸਰਹੰਦੀ ਗੇਟ ਰਹਿੰਦੇ ਸੀ। ਮੈਂ ਛੋਟਾ ਜਿਹਾ ਸੀ ਤਾਂ ਪਤਾ ਮੈਨੂੰ। ਅੱਛਾ। 8ਵੀਂ 9ਵੀਂ 'ਚ ਪੜ੍ਹਦਾ ਸੀ ਮੈਂ 52 'ਚ, ਜਦ ਮਿਸਿਸ ਨਿਰਮਲ, ਉਦੋਂ ਮਿਸਿਸ ਸੋਢੀ ਸੀ, ਇਲੈਕਸ਼ਨ ਲੜੀ ਸੀ ਅਸੈਂਬਲੀ ਦੀ 52 'ਚ। ਸੋ ਜਿਹੜੇ ਨਵਜੋਤ ਸਿੱਧੂ ਆ, ਮਤਲਬ ਭਗਵੰਤ ਸਿੰਘ ਸਿੱਧੂ ਦੇ ਇਕਲੌਤੀ ਔਲਾਦ ਨੇ। ਹਾਂ, ਹੀ ਇਜ਼ ਦਾ ਓਨਲੀ ਸਨ, ਓਨਲੀ ਚਾਈਲਡ, ਨਾਟ ਓਨਲੀ ਸਨ, ਹੀ ਇਜ਼ ਦਾ ਓਨਲੀ ਚਾਈਲਡ। ਤੇ ਜਿਹੜੀ ਕੰਟਰੋਵਰਸੀ ਬੜੀ ਕੱਲ ਦੀ ਚੱਲ ਰਹੀ, ਬੜਾ ਉਭਾਰਿਆ ਜਾ ਰਿਹਾ ਵੀ ਨਵਜੋਤ ਸਿੰਘ ਸਿੱਧੂ ਜਿਹੜਾ ਆਪਣੇ ਘਰਦਿਆਂ ਨਾਲ ਨਹੀਂ, ਆਪਣੀਆਂ ਭੈਣਾਂ ਨਾਲ, ਮਾਂ ਨਾਲ ਨਹੀਂ ਇਨਸਾਫ ਕਰ ਸਕਦਾ, ਉਹ ਸੂਬੇ ਦੇ ਲੋਕਾਂ ਨਾਲ ਕੀ ਇਨਸਾਫ ਕਰੂ? ਇਹਨੂੰ ਕੀ ਤੁਸੀਂ ਸਮਝਦੇ? ਇਹ ਗੱਲ 35 ਸਾਲ ਬਾਅਦ ਬੇਇਨਸਾਫੀ ਤਾਂ ਨਹੀਂ ਉੱਠਦੀ। ਜਿਹਦੇ ਨਾਲ ਬੇਇਨਸਾਫ ਹੋਇਆ ਹੁੰਦਾ ਉਹ ਤਾਂ ਉਦੋਂ ਹੀ ਚੀਕਾ ਮਾਰਦਾ। ਉਸ ਵੇਲੇ ਸਾਹਿਬ ਭਗਵੰਤ ਸਿੰਘ ਦੀ ਡੈਥ 86 ਦੇ ਅਖੀਰ ਜਾਂ 87 ਦੇ ਸ਼ੁਰੂ 'ਚ ਹੋਈ। ਹਾਂਜੀ। ਉਦੋਂ ਹੁਣ 35 ਸਾਲ ਬਾਅਦ ਕਹਿਣਾ ਵੀ ਇਹਨੇ ਬੇਇਨਸਾਫੀ ਕੀਤੀ। ਹੀ ਵਾਜ਼ ਓਨਲੀ a 22-year-old boy with almost not much means। ਉਦੋਂ ਮੇਰਾ ਖਿਆਲ, ਮੈਨੂੰ ਸ਼ੋਰ ਨਹੀਂ ਕਿ ਸਟੇਟ ਬੈਂਕ ਆਫ ਪਟਿਆਲਾ 'ਚ ਸਰਵਿਸ ਕਰਦਾ ਸੀ, ਨਹੀਂ ਕਰਦਾ ਸੀ। ਇੰਨਾ ਪਤਾ ਵੀ ਟੈਸਟ ਕ੍ਰਿਕਟਰ ਜ਼ਰੂਰ ਸੀ। ਉਦੋਂ ਤਾਂ ਉਹ ਡਿਪੈਂਡੈਂਟ ਸੀ ਆਲਮੋਸਟ। ਬਿਲਕੁਲ। ਉਦੋਂ ਜ਼ਿਆਦਤੀ ਕੀਤੀ ਨੂੰ ਮੀਟ ਕਰਨਾ ਸੌਖਾ ਸੀ ਕਿ ਹੁਣ ਜਦ 3 ਵਾਰੀ MP ਰਹਿ ਲਿਆ, 2 ਵਾਰੀ, 1 ਵਾਰੀ MLA, 1 ਵਾਰੀ ਵਾਈਫ MLA, ਵਜ਼ੀਰ ਰਹਿ ਲਏ, ਹੁਣ ਉਹ ਕੰਟਰੋਵਰਸੀ ਦੀ ਲੋੜ ਹੈ। ਤੁਸੀਂ ਭਗਵੰਤ ਸਿੰਘ ਸਿੱਧੂ ਹੋਣਾ ਦੇ ਬੜੇ ਕਰੀਬ ਤੋਂ ਮਿੱਤਰ ਵੀ ਰਹੇ ਹੋ, ਤੇ ਨੇੜ ਤੋਂ ਜਾਣਦੇ ਵੀ, ਇਸ ਪਰਿਵਾਰ ਨਾਲ ਤੁਹਾਡਾ ਬੜਾ ਕਰੀਬੀ ਰਿਸ਼ਤਾ ਰਿਹਾ। ਕਦੇ ਇਹੋ ਜਿਹਾ ਵਾਦ ਵਿਵਾਦ, ਕਦੇ ਕੋਈ ਕੰਟਰੋਵਰਸੀ, ਕਦੇ ਕੋਈ ਇਹ ਲੱਗਾ ਵੀ ਪਰਿਵਾਰ ਦੇ ਵਿੱਚ ਕਦੇ ਕੋਈ ਸੀਰੀਅਸ ਝਗੜਾ ਮੈਂ ਨਹੀਂ ਦੇਖਿਆ। ਮਗਰ ਮਾੜੇ ਮੋਟੇ ਤਾਂ ਜਿਵੇਂ ਕਹਿੰਦੇ ਆ ਭਾਂਡੇ ਖੜਕਦੇ ਹੀ ਰਹਿੰਦੇ ਆ। ਜਿੱਥੇ 2 ਬੰਦੇ ਰਹਿੰਦੇ ਉਹਨਾਂ ਦੀ ਸੋਚ 100% ਇੱਕ ਨਹੀਂ ਹੋ ਸਕਦੀ। ਮਗਰ ਮੈਂ ਇਹ ਪਹਿਲੀ ਵਾਰ 85 ਤੇ ਦੇਖਿਆ ਵੀ ਸ਼ੀ ਵਾਜ਼ ਨਾਟ ਲਿਵਿੰਗ ਇਨ ਹੋਮ, ਤੇ ਪਤਾ ਲੱਗਿਆ ਵੀ ਉਹ ਲੁਧਿਆਣੇ ਰਹਿੰਦੇ ਆ ਲੜਕੀਆਂ ਨਾਲ। ਆਈ ਥਾਟ ਇਟ ਵਾਜ਼ ਨਾਟ ਨਥਿੰਗ ਵੈਰੀ ਅਨਨੈਚੁਰਲ।
ਉਹਦੀਆਂ ਬੇਟੀਆਂ ਸੀ, ਵਿਆਹੀਆਂ ਗਈਆਂ, ਗ੍ਰੈਂਡ ਚਿਲਡਰਨ ਸੀ। ਬੰਦਾ ਇਹ ਕਹਿੰਦਾ ਹੁਣ ਮੈਂ ਗ੍ਰੈਂਡ ਚਿਲਡਰਨ 'ਚ ਰਹਾਂ। ਨਵਜੋਤ ਘਰ ਰਹਿੰਦਾ ਹੀ ਘੱਟ ਸੀ, ਕ੍ਰਿਕਟ 'ਚ ਬਾਹਰ ਹੀ ਰਹਿੰਦਾ ਸੀ। ਇਹ ਟੈਸਟ ਕ੍ਰਿਕਟਰ ਹੋ ਗਿਆ ਸੀ ਸਾਹਿਬ ਭਗਵੰਤ ਸਿੰਘ ਦੀ ਲਾਈਫ 'ਚ ਹੀ। ਬਲਕਿ ਸਾਹਿਬ ਭਗਵੰਤ ਸਿੰਘ ਐਡਵੋਕੇਟ ਜਨਰਲ ਸੀ ਜਦੋਂ ਇਹ ਇੱਥੇ 3 ਡੇ ਮੈਚ ਵੈਸਟ ਇੰਡੀਜ਼ ਨਾਲ ਖੇਡਦੇ ਦੀ ਅਨਾਉਂਸਮੈਂਟ ਹੋਈ ਸੀ ਟੈਸਟ 'ਚ ਸਿਲੈਕਟ ਹੋਣ ਦੀ। ਤੇ ਤੁਹਾਨੂੰ ਪਤਾ ਟੈਸਟ ਕ੍ਰਿਕਟਰਾਂ ਦੀ ਲਾਈਫ, ਕਿਤੇ ਕੈਂਪ, ਕਿਤੇ ਮੈਚ ਖੇਡਣ ਜਾਣਾ, ਸਾਰੀ ਦੁਨੀਆ 'ਚ ਘੁੰਮਣਾ। ਔਰ ਇਹ ਉਹਨਾਂ ਦੀ ਲਾਈਫ 'ਚ ਯੂ ਹੈਡ ਬਿਕਮ ਏ ਸੈਲੀਬ੍ਰਿਟੀ ਕ੍ਰਿਕਟਰ। ਤੁਹਾਨੂੰ ਯਾਦ ਹੋਵੇ ਪਹਿਲਾਂ ਕਹਿੰਦੇ ਸਟ੍ਰੋਕਲੈਸ ਵੰਡਰ, ਫਿਰ ਕਹਿੰਦੇ ਸਿਕਸਰ ਸਿੱਧੂ। ਹਾਂਜੀ ਸਿਕਸਰ ਸਿੱਧੂ ਕਰਕੇ ਜਾਣਿਆ ਜਾਣ ਲੱਗ ਗਿਆ। ਜਿਹੜਾ ਬੰਦਾ ਇੰਨਾ ਹੋ ਜਾਏ ਉਹ ਘਰ ਕਦੋਂ ਰਹਿੰਦਾ? ਤੇ ਤੁਸੀਂ ਇਹ ਸਾਰੀ ਜਿਹੜੀ ਕੰਟਰੋਵਰਸੀ ਕੱਲ ਦੀ, ਤੁਸੀਂ ਇਹਦੇ ਤੇ ਸਪਸ਼ਟੀਕਰਨ ਦਿੱਤਾ ਵੀ ਇਹ ਤੁਸੀਂ ਕੀ ਮਤਲਬ ਜਿਹੜਾ ਚੋਣਾਂ ਕਰਕੇ ਹੀ ਮੇਰੇ ਖਿਆਲ ਇਹ ਮਾਮਲਾ ਸਾਰਾ। ਦੇਖੋ ਇਹ ਪ੍ਰੈਸ ਇਜ਼ ਦਾ ਬੈਸਟ ਜੱਜ। ਤੁਸੀਂ ਸਾਰਾ ਦਿਨ ਲੋਕਾਂ ਦੇ ਬਿਆਨ ਸੁਣਦੇ ਹੋ, ਜੱਜ ਕਰਦੇ ਹੋ, ਉਹਦੇ ਤੇ ਕਮੈਂਟਰੀ ਕਰਦੇ ਹੋ। ਇਸ ਤੇ ਵੀ ਜੋ ਸਹੀ ਗੱਲ ਸਮਝਦੇ ਹੋ ਕਮੈਂਟਰੀ ਕਰਨੀ ਚਾਹੀਦੀ। ਅਸੀਂ ਤਾਂ ਇਹ ਵੀ ਸਮਝਦੇ ਵੀ ਘਰਾਂ ਦੇ ਵਿੱਚ ਛੋਟੀਆਂ ਮੋਟੀਆਂ ਲੜਾਈਆਂ ਝਗੜੇ ਬਹੁਤ ਸਾਰੇ ਪਰਿਵਾਰਾਂ ਦੇ ਵਿੱਚ ਹੁੰਦੇ ਰਹਿੰਦੇ ਆ। 35 ਇਅਰਸ ਜੇ ਮੇਰੇ ਭਰਾਵਾਂ ਨਾਲ ਕੋਈ ਝਗੜਾ ਹੋਵੇ, ਉਹ ਅੱਜ ਆ ਕੇ ਤੁਹਾਡੇ ਕੋਲ ਰੌਲਾ ਪਾਉਣਗੇ ਜੀ ਸਾਡਾ ਭਰਾ ਸਾਡੇ ਨਾਲ ਧੱਕਾ ਕਰਦਾ ਹੈ। ਜੇ ਮੇਰੇ ਮਰਨ ਤੋਂ 35 ਸਾਲ ਬਾਅਦ ਆ ਕੇ ਤੁਹਾਨੂੰ ਕਹਿਣ ਉਹ ਧੱਕਾ ਕੀਤਾ ਸੀ, ਫਿਰ ਤੁਸੀਂ ਕੀ ਕਹੋਗੇ? ਤੁਸੀਂ ਸਮਝਦੇ ਵੀ ਤੁਹਾਡਾ ਜਿਹੜਾ ਤੁਸੀਂ ਇਹਦੇ ਬਾਰੇ ਜਾਣਕਾਰੀ ਦਿੱਤੀ, ਸਪਸ਼ਟੀਕਰਨ, ਇਹਦੇ ਨਾਲ ਸਥਿਤੀ ਸਾਫ਼ ਹੋ ਜਾਏਗੀ? ਦੇਖੋ ਇਹ ਤਾਂ ਤੁਸੀਂ ਜੱਜ ਕਰੋ। ਮੈਂ ਤਾਂ ਇਹ ਸਮਝਿਆ ਵੀ ਮੇਰਾ ਫਰਜ਼ ਹੈ ਬਤੌਰ ਭਗਵੰਤ ਸਿੰਘ ਦੇ ਦੋਸਤ ਦੇ ਕਿ ਉਹਦੀ ਜ਼ਿੰਦਗੀ ਬਾਰੇ ਜੇ ਕੋਈ ਗਲਤ ਗੱਲ ਕਰੇ, ਉਹਦੇ ਬੱਚਿਆਂ ਬਾਰੇ ਗਲਤ ਗੱਲ ਕਰੇ, ਉਹਨੂੰ ਮੈਂ ਕਲੈਰੀਫਾਈ ਕਰਾਂ। ਮੈਂ ਤਾਂ ਐਜ਼ ਏ ਫਰੈਂਡ ਆਪਣੀ ਡਿਊਟੀ ਕੀਤੀ ਆ, ਹੋਰ ਇਸ ਤੋਂ ਬਾਅਦ ਮੇਰਾ ਕੋਈ ਪਰਪਸ। ਠੀਕ, ਸਾਡੇ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਜੀ, ਇਟਸ ਮਾਈ ਪਲੇਜ਼ਰ।